ਗੱਲ ਕਰਾਂਗੇ ਪੰਜਾਬ ਦੀ ਔਰ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੀ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਵੱਲੋਂ ਅੰਮ੍ਰਿਤਸਰ ਬੱਸ ਸਟੈਂਡ ਦਾ ਅਚਨਚੇਤ ਦੌਰਾ ਕੀਤਾ ਗਿਆ। ਬੱਸ ਸਟੈਂਡ ਦਾ ਨਿਰੀਖਣ ਕਰ ਰਹੇ ਰਾਜਾ ਵੜਿੰਗ ਦੇ ਵੱਲੋਂ ਤਸਵੀਰਾਂ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤਸਵੀਰਾਂ ਸਿੱਧੀਆਂ ਵਿਖਾ ਰਿਹਾ, ਤੁਹਾਨੂੰ ਸਿੱਧੀਆਂ ਤਸਵੀਰਾਂ ਵਿਖਾ ਰਹੇ ਹਨ, ਨਿਰੀਖਣ ਕਰ ਰਹੇ ਨੇ, ਮੌਕੇ ਤੇ ਪਹੁੰਚੇ ਨੇ ਔਰ ਵੇਖਿਆ ਗਿਆ ਕਿ ਜਦੋਂ ਤੋਂ ਵਿਭਾਗ ਮਿਲਿਆ ਰਾਜਾ ਵੜਿੰਗ ਨੂੰ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਪਹੁੰਚ ਕੇ ਮੌਕੇ ਤੇ ਉਹਨਾਂ ਦੇ ਵੱਲੋਂ ਇਸੇ ਤਰ੍ਹਾਂ ਦੇ ਨਾਲ ਨਿਰੀਖਣ ਕੀਤਾ ਜਾਂਦਾ। ਪਿੱਛੇ 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 ਕਰੋ। ਬੱਚੇ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਰਾਜਾ ਵੜਿੰਗ ਭਾਜੀ ਕਿਹੜੀ ਕਲਾਸ ਪੜ੍ਹਦੀ ਹੈ? ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਨੇ। ਬੱਸ ਸਟੈਂਡ ਉੱਤੇ ਅੱਜ ਅਚਨਚੇਤ ਜਿਹੜੀ ਚੈਕਿੰਗ ਕੀਤੀ ਗਈ ਹੈ ਤਾਂ ਉਸ ਦੇ ਵਿੱਚ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਤਾਂ ਆਮ ਜਿਹੜੀ ਸਵਾਰੀ ਗੱਲਬਾਤ ਕਰ ਰਹੇ ਨੇ। तो बिल्कुल सीधी तस्वीर असी अमृतसर बस स्टैंड तो विखा रहे और बेहद ही खुश नज़र आ रहे हैं इस वे राजा वड़िंग और बाकी भी गलबात कर रहे हैं। मौके पर मौजूद जोड़े लोग ने और एक लड़की नाल भी गलबात की फोन लाइन से साडे नाल इत्थों सीधा जुड़े हुए हैं राजीव शर्मा। जी राजीव, तुसीं की वेख पा रहे हो जे कस्से दी तस्वीरां दी गल कीती जावे अचनचेत दौरा? तो ठीक है जुड़ते जी जी ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਰਾਜਾ ਵੜਿੰਗ ਜੋ ਨੇ ਉਹ ਬੱਸ ਸਟੈਂਡ ਤੇ ਆ ਕੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਉਹਨਾਂ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਜਿਹੜੀ ਸਾਫ਼ ਸਫਾਈ ਹੈ ਉਸ ਦਾ ਖਾਸ ਤੌਰ ਤੇ ਉਹਨਾਂ ਵੱਲੋਂ ਜੋ ਹੈ ਉਹ ਜਾਇਜ਼ਾ ਲਿਆ ਜਾ ਰਿਹਾ। ਤਾਂ ਕੁਝ ਦੇਰ ਪਹਿਲਾਂ ਰਾਜਾ ਵੜਿੰਗ ਖੁਦ ਬੱਸ ਅੱਡੇ ਤੇ ਜੋ ਅਸੀਂ ਕਹਿ ਸਕਦੇ ਕਿ ਕਚਰਾ ਜੋ ਹੈ ਉਹ ਉਠਾਉਂਦੇ ਹੋਏ ਨਜ਼ਰ ਆਏ। ਤਾਂ ਇਸ ਵੇਲੇ ਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਬੱਸ ਸਟੈਂਡ ਤੇ ਖਾਸ ਤੌਰ ਤੇ ਜੋ ਗੰਦਗੀ ਹੈ ਅੱਜ ਜੋ ਹੈ ਉਹ ਮੁੱਖ ਤੌਰ ਤੇ ਜੋ ਹੈ ਉਸ ਨੂੰ ਜੋ ਹੈ ਉਸਦੇ ਜਿਹੜੇ ਪ੍ਰਬੰਧ ਨੇ ਉਸਦੇ ਪਿੱਛੇ ਕਾਰਨ ਕੀ ਹੈ, ਜਿਹੜੀ ਬੱਸ ਸਟੈਂਡ ਦੇ ਆਸੇ-ਪਾਸੇ ਗੰਦਗੀ ਫੈਲੀ ਹੋਈ ਹੈ ਉਹ ਦੇਖਣ ਦੇ ਲਈ ਪਹੁੰਚੇ ਨੇ। ਤਾਂ ਇੱਥੇ ਤੁਸੀਂ ਦੇਖੋ ਕਿ ਗੰਦਗੀ ਦੇ ਜਿਹੜੇ ਵੱਡੇ ਵੱਡੇ ਢੇਰ, ਹਾਲਾਂਕਿ ਪ੍ਰਸ਼ਾਸਨ ਵੱਲੋਂ ਇਹਨਾਂ ਢੇਰਾਂ ਨੂੰ ਢੱਕ ਜ਼ਰੂਰ ਦਿੱਤਾ ਗਿਆ, ਪਰ ਇਹ ਦੇਖੋ ਕਿ ਡੇਂਗੂ ਦਾ ਇੱਕ ਪਾਸੇ ਜੋ ਪ੍ਰਕੋਪ ਲਗਾਤਾਰ ਫੈਲ ਰਿਹਾ ਤਾਂ ਇਸ ਕੂੜੇ ਨੂੰ ਢੱਕ ਕੇ ਜੋ ਹੈ ਉਹ ਰੱਖਿਆ ਗਿਆ, ਕਿਉਂਕਿ ਕਿਤੇ ਨਾ ਕਿਤੇ ਜਾਣਕਾਰੀ ਸੀ ਕਿ ਮੰਤਰੀ ਇੱਥੇ ਪਹੁੰਚ ਸਕਦੇ ਨੇ। ਤਾਂ ਇਹ ਹਾਲਾਤ ਇਸ ਵੇਲੇ ਅੰਮ੍ਰਿਤਸਰ ਬੱਸ ਸਟੈਂਡ ਦੇ ਤਾਂ ਕਿਤੇ ਨਾ ਕਿਤੇ ਜੋ ਅੰਮ੍ਰਿਤਸਰ ਨਗਰ ਨਿਗਮ ਹੈ ਉਸ ਦੀ ਪੋਲ ਵੀ ਖੋਲਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਦਾ ਦਰਜਾ ਜੋ ਹੈ ਉਹ ਮਿਲਣ ਦੇ ਲਈ ਵੱਡੇ ਵੱਡੇ ਜੋ ਹੈ ਦਾਅਵੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਨੇ, ਪਰ ਨਗਰ ਨਿਗਮ ਦੀ ਕਿਤੇ ਨਾ ਕਿਤੇ ਪੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ। ਤਾਂ ਕੁਝ ਦੇਰ ਪਹਿਲਾਂ ਅੰਮ੍ਰਿਤਸਰ ਦੇ ਮੇਅਰ ਦੇ ਨਾਲ ਵੀ ਉਹਨਾਂ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਗੰਦਗੀ ਬਹੁਤ ਜ਼ਿਆਦਾ ਬੱਸ ਸਟੈਂਡ ਤੇ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ। ਤਾਂ ਜੀ ਜੋ ਸਾਫ਼ ਸਫਾਈ ਦੇ ਪ੍ਰਬੰਧ ਨੇ ਉਹਨਾਂ ਨੂੰ ਲੈ ਕੇ ਜੋ ਹੈ ਜਾਇਜ਼ਾ ਲੈਂਦੇ ਹੋਏ ਨਜ਼ਰ ਆ ਰਹੇ ਨੇ। ਤਾਂ ਕੂੜੇ ਦੇ ਜਿਹੜੇ ਢੇਰ ਆ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹਨਾਂ ਨੂੰ ਢੱਕਿਆ ਜ਼ਰੂਰ ਗਿਆ। ਇਹ ਦੇਖੋ ਤੁਸੀਂ ਕਿ ਜਿਹੜੇ ਪ੍ਰਬੰਧ ਨੇ ਤਾਂ ਜਦੋਂ ਇਸ ਤਰੀਕੇ ਦੇ ਨਾਲ ਕੋਈ ਮੰਤਰੀ ਜਾਂ ਅਧਿਕਾਰੀ ਕੋਈ ਵਿਜ਼ਿਟ ਕਰਦਾ ਤਾਂ ਤੁਸੀਂ ਦੇਖੋ ਕਿ ਇਸ ਨੂੰ ਜੋ ਤਰਪਾਲ ਪਾ ਕੇ ਕੂੜੇ ਦਾ ਵੱਡਾ ਢੇਰ ਹੈ ਇਸ ਨੂੰ ਢੱਕਿਆ ਜ਼ਰੂਰ ਗਿਆ। ਤਾਂ ਗੰਦਗੀ ਔਰ ਬਦਬੂ ਜਿਹੜੀ ਬਹੁਤ ਜ਼ਿਆਦਾ ਇੱਥੇ ਇਸ ਵੇਲੇ ਤਾਂ ਰਾਜਾ ਵੜਿੰਗ ਵੱਲੋਂ ਹੁਣ ਕੀ ਜਿਹੜੇ ਨਿਰਦੇਸ਼ ਨੇ ਉਹ ਦਿੱਤੇ ਜਾਂਦੇ ਨੇ ਉਹ ਦੇਖਣ ਵਾਲੀ ਗੱਲ ਹੋਏਗੀ। ਇਹ ਦੇਖੋ ਤੁਸੀਂ ਕੂੜੇ ਦੇ ਵੱਡੇ ਢੇਰ ਜਿਹੜੇ ਇਸ ਵੇਲੇ ਦਿਖਾਈ ਦੇ ਰਹੇ ਨੇ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ। ਤਾਂ ਮੰਤਰੀ ਦੇ ਆਉਣ ਤੋਂ ਪਹਿਲਾਂ ਇਹਨਾਂ ਨੂੰ ਢੱਕਿਆ ਜ਼ਰੂਰ ਗਿਆ। ਤਾਂ ਤੁਸੀਂ ਦੇਖੋ ਕਿ ਕਾਂਗਰਸ ਦਾ ਹੀ ਇੱਕ ਹੋਰਡਿੰਗ ਹੈ ਵੱਡਾ ਜਿਸ ਦੇ ਨਾਲ ਇਸ ਕੂੜੇ ਦੇ ਢੇਰ ਨੂੰ ਢੱਕਿਆ ਗਿਆ। ਤਾਂ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਬੱਸ ਸਟੈਂਡ ਦੀਆਂ ਲਾਈਵ, ਜਿੱਥੇ ਇੱਕ ਪਾਸੇ ਟਰਾਂਸਪੋਰਟ ਮੰਤਰੀ ਪਹੁੰਚਦੇ ਨੇ ਉਹਨਾਂ ਵੱਲੋਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਂਦਾ ਤਾਂ ਗੰਦਗੀ ਦੇ ਵੱਡੇ ਢੇਰ ਜਿਹੜੇ ਨੇ ਕਿਤੇ ਨਾ ਕਿਤੇ ਅੰਮ੍ਰਿਤਸਰ ਦੇ ਨਗਰ ਨਿਗਮ ਦੇ ਜਿੰਨੇ ਵੀ ਦਾਅਵੇ ਨੇ ਉਹਨਾਂ ਦੀ ਪੋਲ ਖੋਲਦੇ ਹੋਏ ਨਜ਼ਰ ਆ ਰਹੇ ਨੇ। ਤਾਂ ਰਾਜਾ ਵੜਿੰਗ ਖੁਦ ਬੱਸ ਸਟੈਂਡ ਤੋਂ ਕੂੜਾ ਚੁੱਕਦੇ ਹੋਏ ਨਜ਼ਰ ਆਏ, ਜੋ ਕਚਰਾ ਬੱਸ ਸਟੈਂਡ ਤੇ ਫੈਲਿਆ ਹੁੰਦਾ ਉਸ ਨੂੰ ਜੋ ਹੈ ਹਟਾਉਂਦੇ ਹੋਏ ਨਜ਼ਰ ਆਏ। ਤਾਂ ਉਹਨਾਂ ਵੱਲੋਂ ਹੁਣ ਕੀ ਕਾਰਵਾਈ ਜਾਂ ਕਿੱਦਾਂ ਦੇ ਦਿਸ਼ਾ ਨਿਰਦੇਸ਼ ਜਾਂ ਆਦੇਸ਼ ਦਿੱਤੇ ਜਾਂਦੇ ਨੇ ਉਹ ਦੇਖਣ ਵਾਲੀ ਗੱਲ ਹੋਏਗੀ। ਪਰ ਫਿਲਹਾਲ ਉਹਨਾਂ ਵੱਲੋਂ ਜਿਹੜੇ ਸੰਬੰਧਿਤ ਅਧਿਕਾਰੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਤਾਂ ਲਾਈਵ ਤਸਵੀਰਾਂ ਇਸ ਵੇਲੇ ਨਿਊਜ਼ 18 ਤੇ ਰਾਜੀਵ ਹੁਣ ਤੱਕ ਤੁਸੀਂ ਦੱਸ ਰਹੇ ਹੋ ਕਿ ਖੁਦ ਵੀ ਕੂੜਾ ਚੁੱਕਦੇ ਹੋਏ ਨਜ਼ਰ ਆਏ ਨੇ ਰਾਜਾ ਵੜਿੰਗ ਤੇ ਠੀਕ ਹੈ, ਠੀਕ ਸੁਭਾਅ ਚ ਨਜ਼ਰ ਆ ਰਹੇ ਨੇ, ਪਰ ਕੀ ਇੱਥੇ ਕਿਸੇ ਦੀ ਤਾੜਨਾ ਵੀ ਕੀਤੀ ਗਈ ਹੈ, ਕਿਸੇ ਨੂੰ ਤਾੜਨਾ ਲਾਈ ਗਈ ਹੈ ਕਿ ਕਿਉਂ ਹੁਣ ਤੱਕ ਆਦੇਸ਼ਾਂ ਦੇ ਬਾਵਜੂਦ ਇੱਥੇ ਕੰਮ ਨਹੀਂ ਹੋਇਆ? ਕਿਉਂਕਿ ਜਦੋਂ ਤੋਂ ਵਿਭਾਗ ਸਾਂਭਿਆ ਉਦੋਂ ਤੋਂ ਸਫਾਈ ਨੂੰ ਲੈ ਕੇ ਬੇहद ਸੰਜੀਦਾ ਨਜ਼ਰ ਆ ਰਹੇ ਨੇ ਰਾਜਾ ਵੜਿੰਗ। ਜੀ ਲਾਜ਼ਮੀ ਤੌਰ ਤੇ, ਕਿਉਂਕਿ ਇੱਕ ਪਾਸੇ ਜਦੋਂ ਪਹਿਲੇ ਕੋਰੋਨਾ ਤੋਂ ਬਾਅਦ ਡੇਂਗੂ ਦਾ ਜੋ ਪ੍ਰਕੋਪ ਹੈ ਲਗਾਤਾਰ ਜਾਰੀ ਹੈ ਪੰਜਾਬ ਦੇ ਵਿੱਚ, ਲਗਾਤਾਰ ਕੋਰੋਨਾ ਦੇ ਬਾਅਦ ਜਿਹੜੇ ਡੇਂਗੂ ਦੇ ਮਾਮਲੇ ਸਾਹਮਣੇ ਆ ਰਹੇ ਨੇ। ਔਰ ਅੰਮ੍ਰਿਤਸਰ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਡੇਂਗੂ ਦੇ ਮਰੀਜ਼ ਨੇ ਉਹ ਨਜ਼ਰ ਆ ਚੁੱਕੇ ਨੇ, ਸਾਹਮਣੇ ਮਾਮਲੇ ਆਉਂਦੇ ਰਹੇ ਨੇ। ਹਸਪਤਾਲਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਨਿੱਜੀ ਹਸਪਤਾਲਾਂ ਦੇ ਵਿੱਚ ਬੈੱਡ ਤੱਕ ਜਿਹੜੇ ਨੇ ਉਹ ਮੌਜੂਦ ਨਹੀਂ ਹਨ। ਤਾਂ ਅਜਿਹੇ ਦੇ ਵਿੱਚ ਕਿਉਂਕਿ
ਜਿੱਥੇ ਪੂਰੇ ਅਸੀਂ ਜੇਕਰ ਪੰਜਾਬ ਦੀ ਗੱਲ ਕਰੀਏ ਜਾਂ ਬਾਕੀ ਹੋਰ ਸੂਬਿਆਂ ਤੋਂ ਲੋਕ ਜੋ ਨੇ ਉਹ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਤਾਂ ਕਿਤੇ ਨਾ ਕਿਤੇ ਜਿਹੜੀ ਗੰਦਗੀ ਹੈ ਉਹ ਅਸੀਂ ਕਹਿ ਸਕਦੇ ਕਿ ਲੋਕਾਂ ਦੇ ਘਰਾਂ ਤੱਕ ਪਹੁੰਚ ਸਕਦੀ ਹੈ। ਤਾਂ ਬੱਸਾਂ ਦੀ ਸਾਫ਼ ਸਫਾਈ ਔਰ ਉਸ ਤੋਂ ਇਲਾਵਾ ਜਿੱਥੇ ਬੱਸ ਸਟੈਂਡ ਤੇ ਬੱਸਾਂ ਰੁਕਦੀਆਂ ਨੇ ਆ ਕੇ ਤਾਂ ਉੱਥੇ ਸਾਫ਼ ਸਫਾਈ ਜਿਹੜੀ ਉਹ ਬਹੁਤ ਜ਼ਰੂਰੀ ਹੋ ਜਾਂਦੀ ਹੈ। ਪਰ ਜਿਸ ਤਰੀਕੇ ਦੇ ਹਾਲਾਤ ਇੱਥੇ ਨਜ਼ਰ ਆ ਰਹੇ ਨੇ ਤੁਸੀਂ ਦੇਖੋ ਤਸਵੀਰਾਂ ਵਿਖਾ ਰਹੇ ਦਰਸ਼ਕਾਂ ਨੂੰ ਕਿ ਖੁਦ ਕਿਵੇਂ ਕਬਾੜ ਇੱਥੇ ਗੰਦਗੀ ਚੱਕਦੇ ਹੋਏ ਨਜ਼ਰ ਆ ਰਹੇ ਨੇ। ਰਾਜਾ ਵੜਿੰਗ ਯਾਨੀ ਕਿ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਹੁੰਦੀ ਹੈ ਜਦੋਂ ਵੀ ਇਸ ਤਰ੍ਹਾਂ ਦੇ ਨਾਲ ਕਿਸੇ ਵੀ ਵੱਡੇ ਆਗੂ ਦੇ ਵੱਲੋਂ ਕੂੜਾ ਕਬਾੜ ਚੱਕਿਆ ਜਾਂਦਾ ਹੈ, ਇੱਕ ਸੁਨੇਹਾ ਦਿੱਤਾ ਜਾਂਦਾ ਹੈ ਕਿ ਤੁਸੀਂ ਸਫਾਈ ਕਰੋ ਕਿਉਂਕਿ ਇਹ ਸਾਰੀਆਂ ਤਸਵੀਰਾਂ ਲਗਾਤਾਰ ਵਾਇਰਲ ਹੁੰਦੀਆਂ ਨੇ ਪੂਰੇ ਦੇਸ਼ ਦੇ ਵਿੱਚ। ਸੋ ਇਸ ਕਰਕੇ ਹੀ ਸ਼ਾਇਦ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਜਾਂ ਫਿਰ ਪਹਿਲੀ ਵਾਰ ਨਹੀਂ ਕੀਤਾ ਜਾ ਰਿਹਾ। ਜਦੋਂ ਤੋਂ ਵਿਭਾਗ ਸਾਹਮਣੇ ਵੇਖਿਆ ਗਿਆ ਕਿ ਕਈ ਵਾਰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ, ਇਸ ਤੋਂ ਬਾਅਦ ਸ਼ਾਇਦ ਸਖਤੀ ਹੋਏਗੀ। ਜੀ ਜੀ ਬਿਲਕੁਲ, ਮੈਂ ਇਹ ਦੱਸਣਾ ਚਾਹੁੰਦਾ ਕਿ ਜੋ ਗੰਦਗੀ ਦੇ ਢੇਰ ਇੱਥੇ ਨਜ਼ਰ ਆ ਰਹੇ ਨੇ ਰਾਜਾ ਵੜਿੰਗ ਵੱਲੋਂ ਜੋ ਸੰਬੰਧਿਤ ਅਧਿਕਾਰੀ ਨੇ ਭਾਵੇਂ ਉਹ ਰੋਡਵੇਜ਼ ਦੇ GM ਹੋਣ ਜਾਂ ਹੋਰ ਜਿਹੜੇ ਇੱਥੇ ਇੰਚਾਰਜ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਔਰ ਨਾਲ ਦੀ ਨਾਲ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਸਾਫ਼ ਸਫਾਈ ਦੀ ਹੈ ਉਹ ਬਣਦੀ ਹੈ ਅੰਮ੍ਰਿਤਸਰ ਦੇ ਨਗਰ ਨਿਗਮ ਦੀ। ਤਾਂ ਅੰਮ੍ਰਿਤਸਰ ਨਗਰ ਨਿਗਮ ਦੇ ਜੋ ਸਿੱਧੇ ਤੌਰ ਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਅੰਮ੍ਰਿਤਸਰ ਦੇ ਮੇਅਰ, ਤਾਂ ਉਹ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਕਿਉਂਕਿ ਚੁਣਾਵੀ ਸੀਜ਼ਨ ਹੈ ਤਾਂ ਕਿਤੇ ਨਾ ਕਿਤੇ ਉਹ ਆਪਣੀਆਂ ਜਿਹੜੀ ਚੋਣਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਟਿਕਟਾਂ ਮਿਲਦੀਆਂ ਕਿਉਂਕਿ ਅੰਮ੍ਰਿਤਸਰ ਦੇ ਮੇਅਰ ਉਸ ਵੇਲੇ ਚਰਚਾ ਦੇ ਵਿੱਚ ਆਏ ਸੀ ਜਦੋਂ ਉਹਨਾਂ ਵੱਲੋਂ ਵੱਡੇ ਵੱਡੇ ਹੋਰਡਿੰਗ ਲਗਾ ਕੇ ਜੀ ਹਾਂ ਰਾਜਾ ਵੜਿੰਗ ਜੋ ਹੈ ਉਹ ਇਸ ਵੇਲੇ ਤੁਸੀਂ ਦੇਖੋ ਕਿ ਬੱਸ ਸਟੈਂਡ ਦੀ ਇੱਕ ਜੋ ਕੋਨਾ ਹੈ ਉੱਥੇ ਜਾ ਕੇ ਚੈਕਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਹੁਣ ਗੱਲਬਾਤ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਕੁਝ ਦੇਰ ਪਹਿਲਾਂ ਕੂੜੇ ਦੇ ਜਿਹੜੇ ਢੇਰ ਇੱਥੇ ਵੱਡੇ ਲਗਾਏ ਗਏ, ਹਾਲਾਂਕਿ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਗਈ ਪਰ ਰਾਜਾ ਵੜਿੰਗ ਵੱਲੋਂ ਹਰ ਇੱਕ ਜਗ੍ਹਾ ਤੇ ਜਾ ਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਆਖਿਰਕਾਰ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਕਿਉਂਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜ਼ਰੂਰੀ ਨਹੀਂ ਕਿ ਸਿਰਫ ਅੰਮ੍ਰਿਤਸਰ ਦੇ ਹੀ ਲੋਕ ਆਉਂਦੇ ਨੇ ਬਲਕਿ ਦੇਖੋ ਸਿੱਧੀਆਂ ਤਸਵੀਰਾਂ ਅਸੀਂ ਦਰਸ਼ਕਾਂ ਨੂੰ ਵਿਖਾ ਪਾ ਰਹੇ ਹਾਂ। ਹਾਲਾਂਕਿ ਥੋੜੀ ਦੇਰ ਦੇ ਵਿੱਚ ਗੱਲਬਾਤ ਜਿਹੜੀ ਉਹ ਜ਼ਰੂਰ ਕੀਤੀ ਜਾਵੇਗੀ ਰਾਜਾ ਵੜਿੰਗ ਦੇ ਵੱਲੋਂ ਕਿਉਂਕਿ ਸੁਭਾਵਿਕ ਤੌਰ ਤੇ ਮੌਕੇ ਤੇ ਆਏ ਨੇ, ਅਚਨਚੇਤ ਇਹ ਚੈਕਿੰਗ ਹੈਗੀ ਹੈ, ਦੌਰਾ ਹੈਗਾ ਔਰ ਕੁੱਲ ਮਿਲਾ ਕੇ ਇੱਥੋਂ ਦੇ ਪ੍ਰਸ਼ਾਸਨ ਹੈ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਨੇ, ਜਿਨ੍ਹਾਂ ਦੇ ਕੋਲ ਮੋਟੀਆਂ ਤਨਖਾਹਾਂ ਜਾਂਦੀਆਂ ਨੇ, ਸੋ ਉਹਨਾਂ ਨੂੰ ਜ਼ਰੂਰ ਸਵਾਲ ਜਵਾਬ ਕਰਨਗੇ ਕਿ ਕਿਉਂ ਤੁਹਾਡੇ ਦੇ ਵੱਲੋਂ ਆਪਣੀ ਤਨਦੇਹੀ ਦੇ ਨਾਲ ਜ਼ਿੰਮੇਵਾਰੀ ਅਦਾ ਨਹੀਂ ਕੀਤੀ ਜਾ ਰਹੀ। ਔਰ ਵੇਖਿਆ ਜਾ ਰਿਹਾ ਕਿ ਕਿਵੇਂ ਜਿੱਥੇ ਜਿੱਥੇ ਗੰਦਗੀ ਹੈਗੀ ਉੱਥੇ ਤੇ ਪਹੁੰਚ ਕੇ ਜਾਇਜ਼ਾ ਵੀ ਲੈ ਰਹੇ ਨੇ, ਮੌਕਾ ਵੇਖ ਰਹੇ ਨੇ ਪੂਰਾ ਸਮਾਂ ਲਗਾ ਕੇ ਤਾਂ ਕਿ ਹਾਲਾਤਾਂ ਨੂੰ ਜਿਹੜਾ ਉਹ ਸਹੀ ਕੀਤਾ ਜਾ ਸਕੇ ਕਿਉਂਕਿ ਅਮੂਮਨ ਤੌਰ ਤੇ ਜੇਕਰ ਤੁਸੀਂ ਪੰਜਾਬ ਦੇ ਅਸੀਂ ਨਜ਼ਰ ਪਾਉਂਦੇ ਆ ਵੱਖ-ਵੱਖ ਬੱਸ ਸਟੈਂਡਾਂ ਤੇ ਤਾਂ ਅਕਸਰ ਵੇਖਿਆ ਜਾਂਦਾ ਹੈ ਕਿ ਕਿਵੇਂ ਗੰਦਗੀ ਦੇ ਢੇਰ ਇੱਕ ਕੋਨੇ ਦੇ ਵਿੱਚ ਲੱਗੇ ਹੁੰਦੇ ਨੇ ਔਰ ਉੱਥੋਂ ਜਿਹੜੀ ਸਫਾਈ ਆ ਉਹ ਬਿਲਕੁਲ ਵੀ ਨਹੀਂ ਕੀਤੀ ਜਾਂਦੀ। ਔਰ ਸਾਫ਼ ਤੌਰ ਤੇ ਇੱਥੇ ਤਸਵੀਰਾਂ ਜਿਹੜੀਆਂ ਨੇ ਸਿੱਧੀਆਂ ਵੇਖ ਪਾ ਰਹੇ ਆ ਕਿ ਕਿਵੇਂ ਇੱਥੇ ਸਭ ਦੱਸਿਆ ਜਾ ਰਿਹਾ ਹੈ ਔਰ ਹਾਲਾਤ ਦਿਖਾਏ ਜਾ ਰਹੇ ਨੇ ਕਿ ਕਿਵੇਂ ਗੰਦਗੀ ਦੇ ਢੇਰ ਨੇ। ਔਰ ਸਾਫ਼ ਤੌਰ ਤੇ ਅੰਮ੍ਰਿਤਸਰ ਦਾ ਬੱਸ ਸਟੈਂਡ ਹੈਗਾ ਜਿੱਥੋਂ ਖੁਦ ਇੱਕ ਬਾੜ ਚੱਕਦੇ ਹੋਏ ਇਹ ਗੰਦਗੀ ਚੱਕਦੇ ਹੋਏ ਨਜ਼ਰ ਆ ਰਹੇ ਨੇ ਰਾਜਾ ਵੜਿੰਗ। ਟਰਾਂਸਪੋਰਟ ਮੰਤਰੀ ਨੇ ਕਹਿ ਸਕਦੇ ਆ ਇਹਨਾਂ ਦੇ ਵੱਲੋਂ ਪਹਿਲਾ ਸਖਤ ਆਦੇਸ਼ ਹੋਏ ਔਰ ਕਈ ਬੱਸਾਂ ਜ਼ਬਤ ਕੀਤੀਆਂ ਜਾ ਚੁੱਕੀਆਂ ਨੇ ਹੁਣ ਤੱਕ ਜਿਹੜੀਆਂ ਲੀਗਲ ਚੱਲ ਰਹੀਆਂ ਸੀ ਵਿਭਾਗ ਦੇ ਮੁਤਾਬਿਕ। ਸੋ ਉਸ ਤੋਂ ਬਾਅਦ ਉਹ ਕਾਰਵਾਈ ਹੁੰਦੀ ਹੈ ਤੇ ਨਾਲ ਹੀ ਸਫਾਈ ਨੂੰ ਲੈ ਕੇ ਵੱਡੇ ਨਿਰਦੇਸ਼ ਦਿੱਤੇ ਗਏ ਨੇ। ਸੋ ਸਿੱਧੀਆਂ ਤਸਵੀਰਾਂ ਲਗਾਤਾਰ ਦੇਖ ਪਾ ਰਹੇ ਹਾਂ। ਜੀ ਰਾਜੀਵ ਜੀ ਹਾਂ, ਤੁਸੀਂ ਇਸ ਵੇਲੇ ਵੀ ਦੇਖ ਸਕਦੇ ਹੋ ਕਿ ਬੱਸ ਸਟੈਂਡ ਦੇ ਉੱਪਰ ਜੋ ਹੈ ਇੱਕ ਜਿੱਥੇ ਬਿਲਕੁਲ ਕੋਨੇ ਤੇ ਕਿਉਂਕਿ ਜਿਸ ਪਾਸੇ ਵੱਲ ਹਰ ਕਿਸੇ ਦਾ ਕਿਸ ਤਰੀਕੇ ਦੇ ਸਫਾਈ ਦੇ ਪ੍ਰਬੰਧ ਨੇ ਕਿਉਂਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਕਿ ਦੂਰ ਦੂਰ ਤੋਂ ਲੋਕ ਜਿਹੜੇ ਔਰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਖਾਸ ਕਰਕੇ ਜਿਹੜੇ ਪ੍ਰਬੰਧ ਇਸ ਲਈ ਵਧੀਆ ਹੋਣੇ ਚਾਹੀਦੇ ਨੇ ਕਿਉਂਕਿ ਬਾਹਰਲੇ ਸੂਬਿਆਂ ਤੋਂ ਜਾਂ ਬਾਹਰਲੇ ਜਿਹੜੇ ਹੋਰ ਸ਼ਹਿਰ ਨੇ ਅੰਮ੍ਰਿਤਸਰ ਤੋਂ ਇਲਾਵਾ ਜਦੋਂ ਲੋਕ ਗੁਰੂ ਨਗਰੀ ਦੇ ਵਿੱਚ ਆਉਂਦੇ ਨੇ ਤਾਂ ਜਦੋਂ ਅੰਮ੍ਰਿਤਸਰ ਉਹ ਬੱਸਾਂ ਦੇ ਵਿੱਚ ਸਫ਼ਰ ਕਰਨ ਦੇ ਲਈ ਇੱਥੋਂ ਬੱਸ ਉਹਨਾਂ ਨੇ ਫੜਨੀ ਹੁੰਦੀ ਹੈ ਜਾਂ ਬੱਸ ਤੋਂ ਉਤਰਦੇ ਨੇ ਤਾਂ ਇਹ ਤਸਵੀਰ ਕਿਤੇ ਨਾ ਕਿਤੇ ਗਲਤ ਸੁਨੇਹਾ ਪੂਰੇ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਭੇਜਦੀ ਹੈ ਕਿਉਂਕਿ ਗੰਦਗੀ ਜਿਹੜੀ ਹੈ ਬਹੁਤ ਜ਼ਿਆਦਾ ਪਹਿਲਾਂ ਵੀ ਕਈ ਵਾਰ ਕਿਰਕਰੀ ਦਾ ਜਿਹੜਾ ਸਾਹਮਣਾ ਕਰਨਾ ਪੈ ਚੁੱਕਿਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਉਂਕਿ ਗੰਦਗੀ ਦੇ ਮਾਮਲੇ ਦੇ ਵਿੱਚ ਅੰਮ੍ਰਿਤਸਰ ਦਾ ਜੋ ਹੈ ਉਹ ਕਿਤੇ ਨਾ ਕਿਤੇ ਜੋ ਉਸ ਗੰਦਗੀ ਵਾਲੀ ਲਿਸਟ ਦੇ ਵਿੱਚ ਅੰਮ੍ਰਿਤਸਰ ਦਾ ਨਾਂ ਆਉਣਾ ਕਿਤੇ ਨਾ ਕਿਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਲਈ ਔਰ ਖਾਸ ਤੌਰ ਤੇ ਨਗਰ ਨਿਗਮ ਦੇ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ। ਹਾਲਾਂਕਿ ਦਾਅਵੇ ਬਹੁਤ ਵੱਡੇ ਕੀਤੇ ਜਾਂਦੇ ਨੇ ਔਰ ਜਿਸ ਤਰੀਕੇ ਦੇ ਨਾਲ ਭਾਵੇਂ ਜੇਕਰ ਅਸੀਂ ਡਿਪਟੀ ਸੀਐਮ ਦੀ ਗੱਲ ਕਰੀਏ ਤਾਂ ਉਹ ਵੀ ਅੰਮ੍ਰਿਤਸਰ ਦੇ ਨਾਲ ਸੰਬੰਧ ਰੱਖਦੇ ਕਰਾਂਗੇ। ਰਾਜਾ ਵੜਿੰਗ ਕੀ ਕਹਿ ਰਹੇ ਨੇ ਜੇਕਰ ਪੋਸੀਬਲ ਹੈਗਾ ਤਾਂ ਬਿਲਕੁਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ। ਜ਼ਰੂਰ ਰਾਜਾ ਵੜਿੰਗ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਰਾਜਾ ਜੀ, ਇਸ ਵੇਲੇ ਲਾਈਵ ਹੋ ਤੁਸੀਂ ਨਿਊਜ਼ ਦੇ ਕੀ ਕਹਿਣਾ ਚਾਹੁੰਦੇ? ਇਸ ਵੇਲੇ ਲਾਈਵ ਹੋ ਤੁਸੀਂ रुक के मेरे भाई रुक के करेंगे सुन रहे हैं गंदगी और जो प्रबंध देखो
मैं अच्छा लूसी लगा लो मैं समझदा है कि इत्थे 60 ਤੋਂ 65 ਹਜ਼ਾਰ ਬੰਦੇ ਦੀ ਫੁੱਟਫਾਲ ਹੈਗੀ ਹੈ ਇੱਥੇ। ਸੋ ਨੈਚੁਰਲੀ ਹੈ ਕਿ ਉੱਥੇ ਗੰਦਗੀ ਵੀ ਹੋਏਗੀ, ਲੇਕਿਨ ਮੈਨੂੰ ਇੱਥੇ ਆ ਕੇ ਚੰਗਾ ਮਹਿਸੂਸ ਹੋਇਆ ਕਿ ਮੇਰੇ ਆਫੀਸਰ ਸਾਹਿਬਾਨ, ਸਾਡਾ ਟਰਾਂਸਪੋਰਟ ਡਿਪਾਰਟਮੈਂਟ ਦੇ ਲੋਕ, ਜੀਐਮ ਸਾਹਿਬਾਨ, ਸਫਾਈ ਅਪ ਟੂ ਦਾ ਮਾਰਕ ਤਾਂ ਨਹੀਂ ਹੈ ਲੇਕਿਨ ਕਾਫੀ ਸਫਾਈ ਮੈਨੂੰ ਦੇਖਣ ਨੂੰ ਮਿਲੀ ਹੈ। ਮੈਂ ਵਾਸ਼ਰੂਮਸ ਵੀ ਵੇਖੇ ਔਰ ਸੰਡੇ ਦਾ ਦਿਨ, ਅੱਜ ਛੁੱਟੀ ਦਾ ਦਿਨ ਹੈ, ਅਸੀਂ ਛੁੱਟੀ ਦਾ ਦਿਨ ਇਸ ਕਰਕੇ ਚੁਣਿਆ ਹੈ, ਇੱਕ ਤਾਂ ਉਹਦੇ ਲੋਕਾਂ ਨੂੰ ਡਿਸਟਰਬੈਂਸ ਨਹੀਂ ਹੁੰਦੀ, ਦੂਸਰਾ ਅਸੀਂ ਆਪਦਾ ਦਿਨ ਵੀ ਨਹੀਂ ਕੋਈ ਖਰਾਬ ਕਰ ਰਹੇ ਕਿਉਂਕਿ ਸਮਾਂ ਸਾਡੇ ਕੋਲੇ ਘੱਟ ਹੈ। ਅਸੀਂ ਅੱਜ ਤੋਂ 15 ਦਿਨ ਪਹਿਲਾਂ ਲੁਧਿਆਣੇ ਮੈਂ ਗਿਆ ਸੀ, ਉੱਥੇ ਸਫਾਈ ਸ਼ੁਰੂ ਕਰਾਈ ਸੀ ਔਰ ਨਾ ਕੇਵਲ ਲੁਧਿਆਣਾ ਦੇ, ਅੱਜ ਪੰਜਾਬ ਦੇ ਹਰ ਬੱਸ ਸਟੈਂਡ ਦੀ ਸਫਾਈ ਹੋ ਰਹੀ ਹੈ ਜਿਹੜੇ ਸਾਡੇ ਪੀਆਰਟੀਸੀ ਔਰ ਪਨ ਬੱਸ ਕੋਲੇ ਜਾਂ ਰੋਡਵੇਜ਼ ਕੋਲੇ ਨੇ। ਦੂਸਰੀ ਜਗ੍ਹਾ ਤੇ ਜਿਹੜੇ ਮਿਊਨਿਸਪਲ ਕਾਰਪੋਰੇਸ਼ਨਸ ਕੋਲੇ ਆ ਉੱਥੇ ਉਹਨਾਂ ਦੇ ਲੋਕ ਲੱਗੇ ਹੋਏ ਨੇ। ਇਹ ਰੈਗੂਲਰ ਐਕਸੀ ਸਿਸਟਮ ਚਲਾਇਆ ਕਿ ਇਹ ਇੱਥੇ ਗੰਦਗੀ ਨਹੀਂ ਹੋਣੀ ਚਾਹੀਦੀ, ਇੱਥੇ ਸਾਫ਼ ਸੁਥਰਾ ਵਾਤਾਵਰਨ ਹੋਣਾ ਚਾਹੀਦਾ। ਸੋ ਉਸੇ ਮੁਹਿੰਮ ਦੇ ਤਹਿਤ ਜਿੱਥੇ ਸਾਡਾ ਟਰਾਂਸਪੋਰਟ ਮਾਫੀਆ ਨੂੰ ਖਤਮ ਕਰਨ ਦੀ ਗੱਲ ਹੈ, ਉੱਥੇ ਨਾਲ ਦੀ ਨਾਲ ਜਿਹੜੇ ਸੁਧਾਰ ਲਿਆਉਣ ਦੀ ਗੱਲ ਹੈ ਸਾਡੇ ਅੱਡਿਆਂ ਦੇ ਅੰਦਰ, ਕਿਉਂਕਿ ਸਾਡੇ ਬਹੁਤ ਸਾਰੇ ਲੋਕ ਇੱਥੇ ਆਉਂਦੇ ਹੈ, ਉਹਨਾਂ ਦੇ ਵਾਸ਼ਰੂਮ ਤੇ ਉੱਥੇ ਸਫਾਈ ਦਾ ਸਾਰਾ ਇੰਤਜ਼ਾਮਾਤ ਹੋਣਾ ਚਾਹੀਦਾ ਹੈ। ਅੱਜ ਉਸੇ ਮੁਹਿੰਮ ਦੇ ਤਹਿਤ ਮੈਂ ਅੰਮ੍ਰਿਤਸਰ ਸਾਹਿਬ ਵਿਖੇ ਬਿਨਾਂ ਕਿਸੇ ਨੂੰ ਦੱਸੇ, ਬਿਕੋਜ਼ ਕੱਲ ਨੂੰ ਸਾਰਿਆਂ ਨੂੰ ਇਹ ਇਨਫੋਰਮੇਸ਼ਨ ਸੀਗੀ ਕਿ ਮੈਂ ਕਿਸੇ ਵੀ ਬੱਸ ਸਟੈਂਡ ਤੇ ਜਾ ਸਕਦਾ। ਸੋ ਅੱਜ ਸਾਰੇ ਸਾਡੇ ਉਹ ਇੱਕ ਸਾਡਾ WhatsApp ਗਰੁੱਪ ਬਣਿਆ, ਉੱਥੇ ਸਫਾਈਆਂ ਨਿਰੰਤਰ ਚੱਲ ਰਹੀਆਂ ਔਰ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਸਾਨੂੰ ਦੱਸਿਓ ਕਿ ਕਿਸ ਬੱਸ ਸਟੈਂਡ 'ਚ ਸਫਾਈ ਨਹੀਂ ਹੋਈ ਜਾਂ ਨਹੀਂ ਚੱਲ ਰਿਹਾ, ਕਿਉਂਕਿ ਮੀਡੀਆ ਨਹੀਂ, ਮੇਰੀ ਬੇਨਤੀ ਹੈ ਤੁਸੀਂ ਗਲਤ ਗੱਲ ਨਾ ਕਰੋ। ਸਫਾਈ ਦੇ ਜਿਹੜੇ ਤਰਪਾਰ ਨਾਲ ਢਕੇ ਹੋਏ ਆ ਉਹ ਪਿੱਟ ਹੈ ਜਿੱਥੇ ਵਿੱਚ ਕੂੜਾ ਪਾਇਆ ਗਿਆ ਹੈ, ਤੁਸੀਂ ਦੇਖਿਆ ਹੋਣਾ, ਉਹਨਾਂ ਨੂੰ ਬੰਦ ਕੀਤਾ ਹੋਇਆ ਔਰ ਜਿਹੜਾ ਬਾਹਰ ਕੂੜਾ ਸੀ ਉਹਦੇ ਬਾਹਰ, ਉਹ ਅਸੀਂ ਸਾਰਿਆਂ ਨੇ ਆਪਦੇ ਜਿੱਦਾਂ ਨੂੰ ਠੇਕਾ ਦਿੱਤਾ ਉਹਨੂੰ ਹਦਾਇਤ ਵੀ ਦਿੱਤੀ ਹੈ ਕਿ ਭਾਈ ਇਹ ਕੂੜਾ ਨਹੀਂ ਹੋਣਾ ਚਾਹੀਦਾ। ਮੈਂ ਬਿਲਕੁਲ ਪਹਿਲਾਂ ਹੀ ਕਹਿ ਚੁੱਕਿਆ ਕਿ ਅਪ ਟੂ ਦਾ ਮਾਰਕ ਨਹੀਂ ਹੈ, ਲੇਕਿਨ ਉਹ ਜਿਹੜੇ ਢਕੇ ਹੋਏ ਆ ਉਹ ਅਸੀਂ ਪਿੱਟ ਬਣਾਏ ਹੋਏ ਆ ਜਿਹਦੇ ਵਿੱਚ ਡੀਕੰਪੋਜ਼ ਕਰਦੇ ਆ, ਸੁੱਕਾ ਕੂੜਾ, ਗਿੱਲਾ ਕੂੜਾ, ਲਿਫਾਫਾ, ਉਹਨੂੰ ਉੱਥੋਂ ਚੱਕਿਆ ਜਾਏਗਾ। ਸਰ ਤੁਹਾਡਿਆਂ ਦੀ ਇਨਫੋਰਮੇਸ਼ਨ ਸੀ ਤੇ ਉਸ ਤੋਂ ਬਾਅਦ ਸਵੇਰ ਤੋਂ ਸਫਾਈਆਂ ਸ਼ੁਰੂ ਹੋਈਆਂ, ਲੱਗਦਾ ਹੈ ਕਿ ਰੈਗੂਲਰ ਚੱਲਦੀਆਂ ਰਹਿਣਗੀਆਂ? ਨਹੀਂ ਜੀ, ਇਹ ਸਫਾਈਆਂ 15 ਦਿਨ ਤੋਂ, ਅਸੀਂ ਪਿਛਲੇ ਹਫਤੇ ਇੱਕ ਸਫਾਈ ਮੁਹਿੰਮ ਸ਼ੁਰੂ ਕੀਤੀ ਸੀ ਲੁਧਿਆਣਾ ਵਿਖੇ ਤੇ ਉਹਨਾਂ ਨੂੰ ਕਿਹਾ ਸੀ ਅਗਲੇ 15 ਦਿਨਾਂ ਬਾਅਦ ਫਿਰ ਇਸ ਤਰ੍ਹਾਂ ਸਫਾਈ ਹੋਏਗੀ ਨਿਰੰਤਰ। ਇਹ ਮੇਰੇ ਆਉਣ ਦਾ ਕੋਈ ਮਤਲਬ ਨਹੀਂਗਾ, ਮੇਰਾ ਆਉਣਾ ਤਾਂ ਇੱਕ ਸਿੰਬੋਲਿਕ ਹੈ, ਲੇਕਿਨ ਮੇਰੇ ਟਰਾਂਸਪੋਰਟ ਦੇ ਅਧਿਕਾਰੀਆਂ ਨੂੰ ਅਸੀਂ ਹਦਾਇਤ ਦਿੱਤੀ ਹੈ ਔਰ ਮੈਨੂੰ ਲੱਗਦਾ ਕਿ ਮੈਨੂੰ ਪੂਰਨ ਉਮੀਦ ਹੈ ਉਹਨਾਂ ਲੋਕਾਂ ਤੇ ਕਿ ਇਹ ਰੋਜ਼ਾਨਾ ਦਾ ਸਿਸਟਮ ਚੱਲੇਗਾ। ਸਫਾਈ ਇਹ ਨਹੀਂ ਕਿ ਅੱਜ ਮੈਂ ਕਰ ਗਿਆ ਤਾਂ ਫਿਰ ਕੱਲ ਨੂੰ ਕੂੜੇ ਦਾ ਢੇਰ ਹੋਏਗਾ ਔਰ ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਤੁਹਾਡਾ ਵੀ ਸਾਨੂੰ ਯੋਗਦਾਨ ਚਾਹੀਦਾ ਹੈ। ਇਹ ਨਿਰੰਤਰ ਇਸੇ ਤਰ੍ਹਾਂ ਸਫਾਈ ਰਹੇਗੀ। ਰੈਵਨਿਊ ਵਧਿਆ ਜਿਹੜਾ ਤੁਸੀਂ 10-12 ਦਿਨ ਤੋਂ ਇਸ ਮੰਤਰਾਲੇ 'ਚ ਫੜੇ ਹੋ, ਕੀ ਰੈਵਨਿਊ ਦੇ ਵਿੱਚ ਚੇਂਜਸ ਆਈਆਂ ਉਸ ਉਹ ਵੀ ਤੁਸੀਂ ਦੱਸੋ ਨਾ। ਜਿਸ ਤਰ੍ਹਾਂ ਮੈਨੂੰ ਕੱਲ ਪੀਆਰਟੀਸੀ ਦੇ ਲੋਕਾਂ ਨੇ ਦੱਸਿਆ ਗਿਆ, ਪਰਸੋਂ ਮੈਂ ਪਟਿਆਲਾ ਗਿਆ ਸੀ, ਕਿ 1 ਕਰੋੜ 70 ਲੱਖ ਦੀ ਸਾਡੀ ਜਿਹੜੀ ਕਲੈਕਸ਼ਨ ਸੀਗੀ ਐਵਰੀਡੇ, 1 ਕਰੋੜ 70 ਤੋਂ ਉੱਪਰ ਨਹੀਂ ਟੱਪ ਰਹੀ ਸੀ, ਕਦੇ 69 70 ਇਦਾਂ ਹੋ ਜਾਂਦੀ ਸੀ, ਲੇਕਿਨ ਅਚਨਚੇਤ 10 ਦਿਨਾਂ ਦੇ ਅੰਦਰ ਅੰਦਰ ਇੱਕ 88 87 ਯਾਨੀ ਕਿ 18 ਲੱਖ ਦਾ ਪੀਆਰਟੀਸੀ ਨੂੰ ਇੱਕ ਦਿਨ ਦਾ 18 ਲੱਖ ਦਾ ਵਾਧਾ ਹੋਇਆ। ਮੇਰੀ ਕੱਲ MD ਪੰਸਪ ਨਾਲ ਵੀ ਗੱਲ ਹੋਈ ਸੀ, ਪਨਬਸ ਨਾਲ ਗੱਲ ਹੋਈ ਸੀ, ਰੋਡਵੇਜ਼ ਵਾਲਿਆਂ ਨਾਲ। ਉਹਨਾਂ ਨੇ ਮੈਨੂੰ ਦੱਸਿਆ ਕਿ ਸਰ 18 ਤੋਂ 20 ਲੱਖ ਰੁਪਇਆ ਸਾਡੇ ਵੀ ਮੁਨਾਫਾ ਵਧਿਆ, ਜਿਹੜੀ ਬੁਕਿੰਗ ਵਧੀ ਹੈ, ਜਾਣੀ ਕਿ ਲਗਭਗ ਅਪਰੋਕਸੀਮੇਟਲੀ ਆਈ ਕੈਨ ਸੇ ਕਿ 40 ਲੱਖ ਰੁਪਏ ਦੀ ਆਮਦਨ ਰੋਜ਼ਾਨਾ ਦੀ ਸਾਨੂੰ ਵਧੀ ਹੈ ਔਰ ਮੈਨੂੰ ਉਮੀਦ ਹੈ, ਆਈ ਐਮ ਨਾਟ ਸੈਟੀਸਫਾਈਡ ਕਿ 40 ਲੱਖ ਵਧੀ ਹੈ, ਮੇਰੀ ਉਮੀਦ ਹੈ ਕਿ 1 ਕਰੋੜ ਰੁਪਇਆ ਸਾਡੀ ਆਮਦਨ ਹੋਰ ਵਧਣੀ ਚਾਹੀਦੀ ਹੈ, ਜਾਣੀ ਕਿ 60 ਲੱਖ ਰੁਪਇਆ ਹੋਰ, ਤਾਂ ਜੋ ਨਹੀਂ, ਇਹਦੇ ਵਿੱਚ ਇਹ ਸੀਗਾ ਕਿ ਕੁਝ ਬੱਸਾਂ ਨਜਾਇਜ਼ ਚੱਲ ਰਹੀਆਂ, ਕੁਝ ਬੱਸਾਂ 1 ਨੰਬਰ ਤੇ 4 ਚੱਲ ਰਹੀਆਂ, ਕੁਝ ਬੱਸਾਂ ਟੈਕਸ ਤੋਂ ਬਿਨਾਂ ਚੱਲ ਰਹੀਆਂ। ਸੋ ਜਦੋਂ ਦੇ ਅਸੀਂ ਮਹਿਕਮਾ ਸੰਭਾਲਿਆ, ਕਾਫੀ ਬੱਸਾਂ ਅਸੀਂ ਇੰਪਾਊਂਡ ਕੀਤੀਆਂ ਜਿਨ੍ਹਾਂ ਨੇ ਟੈਕਸਸ ਨਹੀਂ, ਉਹ ਤੁਹਾਨੂੰ ਪਤਾ ਹੈ, ਜਿਨ੍ਹਾਂ ਦੀਆਂ ਤੁਸੀਂ ਵੱਡੀਆਂ ਫੋਟੋਆਂ ਹਜੇ ਕੱਲ ਪਰਸੋਂ ਹੀ ਆਇਆ ਸੀ ਇੱਥੇ ਅੰਮ੍ਰਿਤਸਰ ਦੇ ਵਿੱਚ,
ਉਹਨਾਂ ਨੂੰ ਤੁਸੀਂ ਪੁੱਛਣਾ ਸੀ ਕਿ ਭਾਈ ਟੈਕਸ ਕਿਉਂ ਨਹੀਂ ਦਿੰਦੇ। ਟੈਕਸ ਜਿਨ੍ਹਾਂ ਨੇ ਇਸ ਟਰਾਂਸਪੋਰਟ ਨੂੰ ਖਾ ਲਿਆ, ਜਿਨ੍ਹਾਂ ਤੁਹਾਨੂੰ ਪਤਾ ਨਹੀਂ ਕੌਣ ਹੈ, ਤੁਸੀਂ ਦੱਸੋ ਕੌਣ ਹੈ। ਮੇਰੇ ਕਹਿਣ ਦਾ ਮਤਲਬ ਜਿਨ੍ਹਾਂ ਲੋਕਾਂ ਨੇ ਆਪਦੇ ਪ੍ਰਾਈਵੇਟ ਧੰਦੇ ਕਰਕੇ ਸਰਕਾਰ 'ਚ ਰਹਿੰਦਿਆਂ ਸਰਕਾਰ ਦੇ ਮਾਲਕ ਹੋ ਕੇ 10 ਸਾਲ ਤੇ ਆਪਦੇ ਧੰਦੇ ਕਰਕੇ ਸਾਡੀ ਟਰਾਂਸਪੋਰਟ ਜਿਹੜੀ ਲੋਕਾਂ ਦੀ ਟਰਾਂਸਪੋਰਟ ਸੀ ਉਹਨੂੰ ਫੇਲ ਕਰਤਾ। ਮੈਂ ਹੁਣੇ ਰੋਡਵੇਜ਼ ਦੀ ਬੱਸ 'ਚ ਜਾ ਕੇ ਆਇਆ, ਉਸ ਬੱਸ ਦਾ ਹਾਲ ਦੇਖ ਲਓ, ਉਹਨਾਂ ਦੀਆਂ ਸਾਡੀਆਂ ਸੀਟਸ ਦਾ ਹਾਲ ਵੇਖ ਲਓ। ਸੋ ਉਹਨਾਂ ਲੋਕਾਂ ਨੇ ਇਹ ਹਾਲਾਤ ਪੈਦਾ ਕਰਤੇ ਔਰ ਇਹ ਉਹਨਾਂ ਦੇ ਕਾਰਨ ਸਾਡਾ ਰੈਵਨਿਊ ਮਿਸ ਹੋ ਰਿਹਾ ਹੈ। ਜੇਕਰ ਰੈਵਨਿਊ ਵਧਦਾ ਤਾਂ ਬੱਸਾਂ ਦੇ ਵਿੱਚ ਵੀ ਸੁਧਾਰ ਲਾਜ਼ਮੀ ਤੌਰ ਤੁਸੀਂ ਬੱਸਾਂ ਦੇ ਸੁਧਾਰ ਦੀ ਗੱਲ ਛੱਡੋ, 842 ਬੱਸੇਸ ਮੈਂ ਅੱਜ ਤੋਂ 7 ਦਿਨ ਪਹਿਲਾਂ ਨਵੀਆਂ ਆਰਡਰ ਕਰ ਚੁੱਕੇ ਹਾਂ। ਇੱਕ ਮਹੀਨੇ ਦੇ ਅੰਦਰ ਪੀਆਰਟੀਸੀ ਔਰ ਪਨਬਸ ਕੋਲੇ 842 ਬੱਸਾਂ ਨਵੀਆਂ ਹੋਣੀਆਂ। ਟਾਟਾ ਕੰਪਨੀ ਨੂੰ ਆਰਡਰ ਦੇ ਦਿੱਤਾ ਹੈ ਔਰ ਬਾਡੀ ਲੱਗਣ ਵਾਲਾ ਜਿਹੜਾ ਸੀਗਾ ਟੈਂਡਰ ਖੁੱਲ ਚੁੱਕਿਆ ਹੈ, ਉਹਦੇ ਵਿੱਚ 6 ਕੰਪਨੀਆਂ ਆ ਚੁੱਕੀਆਂ, ਯਾਨੀ ਕਿ ਮਹੀਨੇ ਦੇ ਵਿੱਚ 842 ਗੱਡੀਆਂ ਪੰਜਾਬ ਦੀਆਂ ਸੜਕਾਂ ਤੇ ਦੌੜਨਗੀ। ਪਰ ਸਰ ਸਿਟੀ ਬੱਸ ਸਰਵਿਸ ਬਹੁਤ 2-3 ਜਗ੍ਹਾ ਸ਼ਹਿਰਾਂ 'ਚ ਸਿਟੀ ਬੱਸ ਸਰਵਿਸ ਚੱਲਦੀ ਸੀ, ਉਹ ਬੱਸਾਂ ਕੰਡਮ ਪਈਆਂ ਨਵੀਆਂ ਨੇ। ਮੇਰਾ ਖਿਆਲ ਸਿਟੀ ਬੱਸ ਸਰਵਿਸ ਸਾਡੇ ਅੰਡਰ ਨਹੀਂ ਹੈ, ਉਹ ਸਾਡੇ ਅੰਡਰ ਨਹੀਂ ਹੈ, ਉਹ ਅਲੱਗ ਮੇਅਰ ਸਾਹਿਬ ਦਾ ਜਾਂ ਕਾਰਪੋਰੇਸ਼ਨ ਦਾ ਮਾਮਲਾ। ਵਰਕਸ਼ਾਪ ਜਿਹੜੀ ਬਹੁਤ ਸੁਧਾਰ ਹੋਣ ਵਾਲਾ ਵਾ, ਉੱਥੇ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ ਜੇਕਰ ਬਰਸਾਤ ਆਉਂਦੀ ਹੈ। ਜੀ ਅਸੀਂ ਵਰਕਸ਼ਾਪ ਵਾਸਤੇ ਅਸੀਂ 22 ਕਰੋੜ ਰੁਪਏ ਦਾ ਅਸੀਂ ਨਵਾਂ ਪੈਸਾ ਦੇ ਰਹੇ ਹਾਂ, ਜਿਹਦਾ ਟੈਂਡਰ ਕੱਲ ਜਾਂ ਪਰਸੋਂ ਜਾਂ 2-4 ਦਿਨਾਂ 'ਚ ਲੱਗ ਜਾਏਗਾ। 22